सतकरतार वाहिगुरु साहिब जीओ। श्री राग महला तीजा। जां पिर जाने आपना तन मन अगे तरे। सुहागणी कर्म कमावंदियां सेई कर्म करे। जां पिर जाने आपना तन मन अगे धरे। सुहागणी कर्म कमावंदिया सेई कर्म करे। सहजे साच मिलावड़ा साच वडाई दे। भाई रे गुर बिन भगत न होए। बिन गुर भगत न पाईए जे लोचै सब कोय। रहाओ लख 84 फेर पया कामण दूजै भाय। बिन गुर नींद न आवई दुखी रहन विहाय। बिन शब्दै पिर न पाईऐ बिरथा जन्म गवाए। हाँ हाँ करती जग फिरी ना तन संपै नाल। अंधी नाम न चेतई सब बाधी जम काल। सतगुर मिलिए धन पाया हर नामा हृदय समाल। नाम रते से निर्मले गुर के सहज सुभाए। मन तन राता रंग स्यों रसना रसन रसाए। नानक रंग ना उतरै जो हर तुर छोड़िया लाए। मन तन राता रंग स्यों रसना रसन रसाए। नानक रंग न उतरै जो हर तुर छोड़िया लाए। श्री राग महला तीजा। जां पिर जाने आपना तन मन अगे तरे। वाहिगुरु जी का खालसा वाहिगुरु जी की फतेह। परम सन्मानयोग सतगुरु महाराज ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਸਿੰਘਾਂ ਨੇ ਬੇਨਤੀ ਕੀਤੀ, ਐ ਕਲਗੀਧਰ दशमेश पिता अमृत के दाते साहिबे कमाल धन श्री गुरु गोबिंद सिंह साहिब जी, आप किरपा करके सानू ये दसो जेड़े गुरसिख माई भाई थोड़े दर ते हाज़र हुंदे हन उन्हां नूं की मिलदा है। तां कलगीधर पातशाह ने अपने मुखार बिन तो ये पवित्र बचन उच्चारण किया, हाजरां को मेहर है। खालसा जी जेड़े गुरसिख माई भाई गुरु चरणां विच हाज़र हुंदे हन उन्हां ते गुरु पातशाह दी मेहर हुंदी है। गुरु दी मेहर गुरु दी नज़र
ਇੱਕ ਉਹ ਚੀਜ਼ ਹੈ ਜਿਹੜੀ ਵਸਤੂ ਸਾਨੂੰ ਆਪਣੇ ਯਤਨ ਦੇ ਨਾਲ ਨਹੀਂ ਮਿਲ ਸਕਦੀ, ਗੁਰੂ ਦੀ ਮਿਹਰ ਦੇ ਨਾਲ ਆਪਣੇ ਆਪ ਹੀ ਮਿਲ ਜਾਂਦੀ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਇਹ ਬਚਨ ਜਪਜੀ ਸਾਹਿਬ ਬਾਣੀ ਵਿੱਚ ਲਿਖੇ ਹਨ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰੇ ਕਰਮ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ ਔਰ ਉਹਨਾਂ ਨੂੰ ਸੇਵਾ ਸਿਮਰਨ ਦੀ ਕਾਰ ਬਖਸ਼ਿਸ਼ ਕਰ ਦਿੰਦਾ ਹੈ। ਫਿਰ ਉਹਨਾਂ ਤੇ ਨਦਰ ਦਾ ਮਾਲਕ ਐਸੀ ਨਦਰ ਕਰਦਾ ਹੈ ਔਰ ਉਹਨਾਂ ਨੂੰ ਕਿਰਤ ਕਿਰਤ ਕਰ ਦਿੰਦਾ ਹੈ, ਉਹਨਾਂ ਨੂੰ ਨਿਹਾਲ ਕਰ ਦਿੰਦਾ ਹੈ। ਜੋ ਚਾਹੁੰਦੇ ਨੇ ਉਹੀ ਕੁਛ ਉਹਨਾਂ ਨੂੰ ਮਿਲ ਜਾਂਦਾ ਹੈ। ਕਲਗੀਧਰ ਪਾਤਸ਼ਾਹ ਨੇ ਆਖਿਆ, ਖਾਲਸਾ ਜੀ, ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਔਰ ਉਹਨਾਂ ਨੂੰ ਗੁਰੂ ਦੀ ਮਿਹਰ ਪ੍ਰਾਪਤ ਹੁੰਦੀ ਹੈ, ਉਹ ਕਿਹੜੀ ਦਾਤ ਹੈ ਜਿਹੜੀ ਗੁਰੂ ਦੀ ਮਿਹਰ ਦੇ ਨਾਲ ਨਹੀਂ ਪ੍ਰਾਪਤ ਹੋ ਸਕਦੀ। ਇਸ ਲਈ ਜਿਹੜੇ ਗੈਰ ਹਾਜ਼ਰ ਰਹਿੰਦੇ ਨੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਬਤ ਇਹ ਬਚਨ ਕਹਿ ਦਿੱਤਾ, ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ। ਉਹ ਗੁਰੂ ਦੀ ਮਿਹਰ ਤੋਂ ਵੀ ਵਾਂਝੇ ਰਹਿ ਜਾਂਦੇ ਨੇ। ਗੁਰੂ ਦੀ ਮਿਹਰ ਦੇ ਨਾਲ ਹੀ ਸਾਨੂੰ ਸਭ ਦਾਤਾਂ ਪ੍ਰਾਪਤ ਹੁੰਦੀਆਂ ਹਨ। ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਪਰ ਮਿਲਦੇ ਗੁਰੂ ਦੀ ਮਿਹਰ ਦੇ ਨਾਲ ਹੀ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਐ ਗੁਰਦੇਵ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਬਹੁਤ ਸੋਹਣਾ ਜਵਾਬ ਦਿੱਤਾ ਹੈ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ। ਰਹਾਉ ਗੁਰਮੁਖੋ, ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਭਾਈ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਭਾਈ ਰੇ, ਹੇ ਭਾਈ, ਐ ਸਾਡੇ ਭਰਾਵੋ, ਗੁਰ ਬਿਨ ਭਗਤ ਨਾ ਹੋਏ, ਗੁਰੂ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ। ਇਹਦਾ ਮਤਲਬ ਇਹ ਹੈ, ਨੁਗਰਾ ਆਦਮੀ ਭਗਤੀ ਕਰ ਹੀ ਨਹੀਂ ਸਕਦਾ। ਬਿਨ ਗੁਰ ਭਗਤ ਨਾ ਪਾਈਐ, ਕਿਉਂਕਿ ਬਿਨਾਂ ਗੁਰੂ ਦੀ ਕਿਰਪਾ ਤੋਂ ਭਗਤੀ ਕਰਨ ਦਾ ਢੰਗ, ਤਰੀਕਾ, ਤਰਕੀਬ ਹੀ ਨਹੀਂ ਪ੍ਰਾਪਤ ਹੋ ਸਕਦੀ। ਗੁਰੂ ਤੋਂ ਬਿਨਾਂ ਸਾਨੂੰ ਇਸ ਗੱਲ ਦਾ ਵੀ ਪਤਾ ਨਹੀਂ ਲੱਗ ਸਕਦਾ ਭਗਤੀ ਕਿਵੇਂ ਕਰਨੀ ਹੈ। ਇਹ ਗੁਰੂ ਹੀ ਸਮਝਾਉਂਦਾ ਭਗਤੀ ਕਿਵੇਂ ਕਰਨੀ ਹੈ। ਹਜ਼ੂਰ ਕਹਿੰਦੇ ਨੇ, ਬਿਨ ਗੁਰ ਭਗਤ ਨਾ ਪਾਈਐ, ਬਿਨਾਂ ਗੁਰੂ ਤੋਂ ਭਗਤੀ ਦਾ ਅਸਲੀ ਗੁਰ ਪ੍ਰਾਪਤ ਹੀ ਨਹੀਂ ਹੁੰਦਾ। ਜੇ ਲੋਚੈ ਸਭ ਕੋਏ, ਜੇ ਕੋਈ ਸਭ ਕੋਈ ਹਰ ਕੋਈ ਚਾਹੀ ਜਾਵੇ ਤਾਂ ਵੀ ਕੁਛ ਨਹੀਂ ਬਣਦਾ। ਹਾਂ, ਜਦੋਂ ਗੁਰੂ ਦੀ ਸ਼ਰਨ ਵਿੱਚ ਆਵੋਗੇ, ਗੁਰੂ ਦੀ ਰਹਿਮਤ ਦੇ ਪਾਤਰ ਬਣੋਗੇ ਤੇ ਗੁਰੂ ਹੀ ਕਿਰਪਾ ਕਰਨਗੇ, ਗੁਰੂ ਹੀ ਤੁਹਾਨੂੰ ਅਸਲੀ ਭਗਤੀ ਕਰਨ ਦਾ ਤਰੀਕਾ ਦੱਸਣਗੇ ਤੇ ਗੁਰੂ ਦੀ ਕਿਰਪਾ ਦੁਆਰਾ ਹੀ ਭਗਤੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਨੇ ਵੀ ਭਗਤੀ ਕਿਵੇਂ ਕਰਨੀ ਚਾਹੀਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਹਾਗਣ ਤੇ ਦੁਹਾਗਣ ਦੇ ਅਲੰਕਾਰ ਦੇ ਅੰਦਰ ਗੁਰਬਾਣੀ ਦੇ ਵਿੱਚ ਗੁਰਮੁਖਾਂ ਤੇ ਮਨਮੁਖਾਂ ਦੀ ਵਿਵੇਚਨਾ ਕੀਤੀ ਹੈ। ਹੁਣ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਵੀ ਭਗਤੀ ਕਿਵੇਂ ਕਰਨੀ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜਾ ਸੋਹਣਾ ਤਰੀਕਾ ਸਾਨੂੰ ਸਮਝਾਉਣ ਲੱਗੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ
ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਜਾਂ ਪਿਰ ਜਾਣੈ ਆਪਣਾ, ਤਨ ਮਨ ਅੱਗੇ ਧਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੇ ਜੀਵ ਰੂਪ ਇਸਤਰੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਪਤੀ ਜਾਣ ਲੈਂਦੀ ਹੈ ਤੇ ਫਿਰ ਉਸ ਨੂੰ ਇਹ ਚਾਹੀਦਾ ਹੈ ਤਨ ਮਨ ਅੱਗੇ ਧਰੇ। ਆਪਣਾ ਤਨ ਸਰੀਰ ਵੀ ਤੇ ਆਪਣਾ ਮਨ ਸੂਖਸ਼ਮ ਸਰੀਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਰੱਖ ਦੇਵੇ। ਇਹਦਾ ਮਤਲਬ ਇਹ ਹੈ, ਜਿਵੇਂ ਸੁਹਾਗਣ ਇਸਤਰੀ ਆਪਣਾ ਤਨ ਵੀ ਤੇ ਮਨ ਵੀ ਸਭ ਕੁਝ ਪਤੀ ਪਰਮੇਸ਼ਰ ਨੂੰ ਭੇਟ ਕਰ ਦਿੰਦੀ ਹੈ, ਇਸੇ ਤਰ੍ਹਾਂ ਉਸ ਜੀਵ ਰੂਪ ਇਸਤਰੀ ਨੂੰ ਆਪਣਾ ਤਨ ਵੀ ਤੇ ਆਪਣਾ ਮਨ ਵੀ ਪਰਮੇਸ਼ਰ ਪਤੀ ਦੀ ਭੇਟਾ ਵਿੱਚ ਰੱਖ ਦੇਣਾ ਚਾਹੀਦਾ ਹੈ। ਸੁਹਾਗਣੀ ਕਰਮ ਕਮਾਵਦਿਆ, ਸੇ ਕਰਮ ਕਰੇ। ਤੇ ਫਿਰ ਜਿਹੜਾ ਕੰਮ ਸੁਹਾਗਣਾ ਕਰਦੀਆਂ ਨੇ ਤੇ ਫਿਰ ਉਹੀ ਕੰਮ ਵੀ ਉਸ ਨੂੰ ਕਰਨਾ ਚਾਹੀਦਾ। ਜਿਵੇਂ ਸੁਹਾਗਣਾ ਆਪਣੇ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਕੰਮ ਕਰਦੀਆਂ ਨੇ, ਨਿਵਣ ਸੋ ਅੱਖਰ ਖਵਨ ਗਉਣ ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਸੁਹਾਗਣਾ ਦੇ ਕੰਮ ਨੇ। ਨਿਮਰਤਾ ਧਾਰਨ ਕਰਨੀ, ਸਹਿਨਸ਼ੀਲਤਾ ਨੂੰ ਆਪਣੇ ਅੰਦਰ ਪੈਦਾ ਕਰਨਾ, ਮਿੱਠੇ ਬੋਲ ਬੋਲਣੇ। ਜਦੋਂ ਅਸੀਂ ਸੁਹਾਗਣਾ ਵਾਲੇ ਕੰਮ ਕਰਾਂਗੇ ਤੇ ਫਿਰ ਭਾਈ ਸਾਡੇ ਤੇ ਵੀ ਉਹ ਵਾਹਿਗੁਰੂ ਪਰਮੇਸ਼ਰ ਪਤੀ ਪ੍ਰਸੰਨ ਹੋਵੇਗਾ। ਸਹਜੇ ਸਾਚ ਮਿਲਾਵੜਾ, ਸਾਚ ਵਡਾਈ ਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਕੰਮ ਹੈ ਨਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ, ਇਹ ਕੋਈ ਕਾਹਲੀ ਵਾਲਾ ਕੰਮ ਨਹੀਂ ਹੈ, ਸਹਿਜੇ ਸਹਿਜੇ ਕੰਮ ਕਰਨ ਵਾਲਾ ਹੈ। ਸਤਿਗੁਰੂ ਦੇ ਬਚਨ ਨੇ, ਹਰ ਕਾ ਬਲੋਵਨਾ ਬਲੋਵਹੁ ਮੇਰੇ ਭਾਈ, ਸਹਿਜ ਬਲੋਵਹੁ ਜੈਸੇ ਤਤ ਨਾ ਜਾਈ। ਗੁਰਮਤ ਦਾ ਮਾਰਗ ਸਹਿਜ ਦਾ ਮਾਰਗ ਹੈ। ਇਹਦੇ ਵਿੱਚ ਨਾ ਤੇ ਬਹੁਤਾ ਹੱਠ ਹੀ ਕਰਨਾ ਹੈ ਬਈ ਛੇਤੀ ਸਾਨੂੰ ਰੱਬ ਮਿਲ ਜਾਵੇ, ਤੇ ਨਾ ਹੀ ਇੰਨੀਆਂ ਤਾਰਾਂ ਢਿੱਲੀਆਂ ਹੀ ਕਰਨੀਆਂ ਨੇ ਵੀ ਵਿੱਚੋਂ ਸੰਗੀਤ ਹੀ ਨਾ ਨਿਕਲ ਸਕੇ। ਇੱਕ ਵਾਰੀ ਮਹਾਤਮਾ ਬੁੱਧ ਦੇ ਪਾਸੋਂ ਕਿਸੇ ਨੇ ਪੁੱਛਿਆ ਸੀ ਬਈ ਸਹਿਜ ਅਵਸਥਾ ਨਿਰਵਾਣ ਪਦ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਤਾਂ ਉਹਨਾਂ ਦ੍ਰਿਸ਼ਟਾਂਤ ਦਿੱਤਾ ਸੀ, ਜਿਵੇਂ ਇੱਕ ਤੰਤੀ ਸਾਜ਼ ਹੁੰਦਾ ਹੈ, ਜੇ ਉਸ ਦੀਆਂ ਤਾਰਾਂ ਨੂੰ ਢਿੱਲੀਆਂ ਛੱਡ ਦਈਏ ਤਾਂ ਵੀ ਸੰਗੀਤ ਨਹੀਂ ਨਿਕਲ ਸਕਦਾ, ਜੇ ਬਹੁਤੀਆਂ ਹੀ ਟਾਈਟ ਕਰ ਦਈਏ ਤੇ ਫਿਰ ਉਹ ਟੁੱਟ ਜਾਣਗੀਆਂ, ਸੰਗੀਤ ਫਿਰ ਵੀ ਨਹੀਂ ਨਿਕਲ ਸਕੇਗਾ। ਹਾਂ, ਇੱਕ ਸਹਿਜ ਦੀ ਅਵਸਥਾ ਹੁੰਦੀ ਹੈ ਜਦੋਂ ਉਹਨਾਂ ਤਾਰਾਂ ਨੂੰ ਸੁਰ ਦੇ ਵਿੱਚ ਤਾਲ ਦੇ ਵਿੱਚ ਲਿਆ ਕੇ ਕੋਈ ਸੰਗੀਤਕਾਰ ਵਜਾਵੇ ਤੇ ਫਿਰ ਉਹਦੇ ਵਿੱਚੋਂ ਸੰਗੀਤ ਨਿਕਲਦਾ ਹੈ। ਇਸੇ ਤਰ੍ਹਾਂ ਸਾਡਾ ਜੀਵਨ ਵੀ ਇੱਕ ਤੰਤੀ ਸਾਜ਼ ਹੈ। ਜੇ ਅਸੀਂ ਇਸ ਦੀਆਂ ਤਾਰਾਂ ਬਹੁਤੀਆਂ ਢਿੱਲੀਆਂ ਛੱਡ ਦਿੱਤੀਆਂ, ਭਾਵ ਜੋ ਵੀ ਮਨ ਵਿੱਚ ਵਾਸ਼ਨਾ ਪੈਦਾ ਹੋਈ ਉਹੀ ਪੂਰੀ ਕਰਨ ਲੱਗ ਪਏ, ਖਾਓ ਪੀਓ ਮੌਜਾਂ ਮਾਣੋ, ਤੇ ਫਿਰ ਵੀ ਗੱਲ ਨਹੀਂ ਬਣੇਗੀ। ਫਿਰ ਇਹ ਰੱਬੀ ਸੰਗੀਤ ਕਦੀ ਵੀ ਨਹੀਂ ਸਾਡੇ ਅੰਦਰ ਪੈਦਾ ਹੋਵੇਗਾ। ਤੇ ਜੇ ਅਸੀਂ ਸਭ ਕੁਝ ਛੱਡ ਕੇ ਸੰਨਿਆਸ ਹੀ ਲੈ ਲਿਆ, ਤਾਰਾਂ ਟਾਈਟ ਕਰ ਦਿੱਤੀਆਂ, ਘਰ-ਬਾਰ ਪਰਿਵਾਰ ਛੱਡ ਦਿੱਤਾ, ਤੇ ਫਿਰ ਵੀ ਗੱਲ ਨਹੀਂ ਬਣੇਗੀ। ਇਸ ਲਈ ਸਹਿਜ ਅਵਸਥਾ ਦੇ ਵਿੱਚ ਹੀ ਸਾਰਾ ਕੁਝ ਕਰਨਾ ਪਵੇਗਾ। ਸਤਿਗੁਰੂ ਕਹਿੰਦੇ ਨੇ, ਸਹਿਜੇ ਸਾਚ ਮਿਲਾਵੜਾ। ਸਹਿਜ ਵਿੱਚ ਸੇਵਾ, ਸਹਿਜ ਵਿੱਚ ਨਿਤਨੇਮ, ਸਹਿਜ ਦੇ ਵਿੱਚ ਹੀ ਸਾਰਾ ਕੁਝ ਕਰਨਾ ਹੈ। ਫਿਰ ਸੱਚ ਦੇ ਨਾਲ ਮਿਲਾਵੜਾ ਤੁਹਾਡਾ ਮਿਲਾਪ ਹੋਵੇਗਾ, ਸਾਚ ਵਡਾਈ ਦੇ, ਤੇ ਫਿਰ ਉਹ ਪਰਮੇਸ਼ਰ ਪਤੀ ਸੱਚੀ ਵਡਿਆਈ ਤੁਹਾਨੂੰ ਦਰਗਾਹੀ ਮਾਨ ਸਨਮਾਨ ਦੀ ਬਖਸ਼ਿਸ਼ ਕਰ ਦੇਵੇਗਾ। ਭਾਈ ਰੇ ਗੁਰ ਬਿਨ ਭਗਤ ਨ ਹੋਏ, ਬਿਨ ਗੁਰ ਭਗਤ ਨ ਪਾਈਐ,
जे लोचै सब कोए रहाओ लख 84 फेर पया ਕਾਮਣ ਦੂਜੈ ਪਾਏ। ਰਹਾਉ ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰਮੁਖੋ ਜਿਹੜੀਆਂ ਦੁਹਾਗਣ ਇਸਤਰੀਆਂ ਨੇ ਦੂਜੇ ਪਾਏ, ਜਿਨ੍ਹਾਂ ਦਾ ਪਰਮੇਸ਼ਰ ਨੂੰ ਛੱਡ ਕੇ ਦੂਸਰੇ ਪਾਸੇ ਪ੍ਰੇਮ ਲੱਗਿਆ ਹੋਇਆ ਹੈ, ਉਹਨਾਂ ਮਨਮੁਖਾਂ ਨੂੰ ਸਤਿਗੁਰੂ ਨੇ ਦੁਹਾਗਣਾਂ ਦੇ ਨਾਲ ਤਸ਼ਬੀਹ ਦਿੱਤੀ ਹੈ। ਲੱਖ 84 ਫੇਰ ਪਿਆ, ਬਈ ਉਹਨਾਂ ਨੂੰ ਤੇ 84 ਲੱਖ ਜੂਨਾਂ ਦਾ ਫੇਰ ਦਾ ਅਰਥ ਹੈ ਚੱਕਰ ਗਲ ਵਿੱਚ ਪੈ ਗਿਆ, ਜਿਨ੍ਹਾਂ ਨੇ ਵਾਹਿਗੁਰੂ ਨੂੰ ਛੱਡ ਕੇ ਹੋਰ ਦੂਜੇ ਪਾਸੇ ਪ੍ਰੇਮ ਕਰ ਦਿੱਤਾ। ਕਿਉਂ? ਇਹ ਜਿਹੜਾ ਮਨੁੱਖਾ ਜਨਮ ਹੈ, ਇਹਦੇ ਬਾਰੇ ਮਹਾਂਪੁਰਖ ਦੱਸਦੇ ਸਨ, ਇਹ ਇੱਕ ਦੇਹਲੀ ਦੀਪਕ ਹੈ। ਦੇਹਲੀ ਦੀਪਕ ਉਸ ਨੂੰ ਕਹਿੰਦੇ ਨੇ, ਬਈ ਤੁਸੀਂ ਡਿਉਢੀ ਵਿੱਚ ਦੀਵਾ ਜਗਾ ਦਿਓ, ਉਹਦਾ ਚਾਨਣ ਅੰਦਰ ਵੀ ਜਾਵੇਗਾ ਤੇ ਬਾਹਰ ਵੀ ਜਾਵੇਗਾ। ਕੋਈ ਦਰਵਾਜ਼ੇ ਦੇ ਵਿੱਚ ਤੁਸੀਂ ਲਾਈਟ ਲਾ ਦਿਓ, ਉਹਦਾ ਚਾਨਣ ਅੰਦਰ ਵੀ ਜਾਵੇਗਾ ਤੇ ਬਾਹਰ ਵੀ ਜਾਵੇਗਾ। ਇਹ ਮਨੁੱਖਾ ਜਨਮ, ਮਨੁੱਖਾ ਜੀਵਨ ਦੇਹਲੀ ਦੀਪਕ ਹੈ। ਜੇ ਅਸੀਂ ਚਾਹੀਏ ਬਈ ਅਸੀਂ ਸੱਚਖੰਡ ਦੇ ਵਿੱਚ ਜਾਣਾ ਹੈ ਤੇ ਭਗਤੀ ਕਰਕੇ ਅਸੀਂ ਸੱਚਖੰਡ ਦੇ ਵਿੱਚ ਵੀ ਜਾ ਸਕਦੇ ਹਾਂ। ਤੇ ਜੇ ਸਾਡੇ ਮਨ ਦੇ ਵਿੱਚ ਹਾਲੇ ਮਾੜੀਆਂ ਰੁਚੀਆਂ ਨੇ, ਭੈੜੀਆਂ ਵਾਸ਼ਨਾਵਾਂ ਨੇ, ਤੇ ਸਾਡਾ ਜੀ ਕਰੇ ਅਸੀਂ ਬਾਹਰ ਹੀ ਵਿਚਰਨਾ ਹੈ, ਤੇ ਫਿਰ ਇਹ 84 ਦਾ ਚੱਕਰ ਵੀ ਸਾਡੇ ਗਲ ਵਿੱਚ ਪੈ ਜਾਵੇਗਾ। ਮਹਾਂਪੁਰਖ ਇੱਕ ਬੜਾ ਸੋਹਣਾ ਅਲੰਕਾਰ ਸੁਣਾਉਂਦੇ ਸਨ। ਇਹ ਕੋਈ ਕਿਲਾ ਸੀ, ਉਸ ਕਿਲੇ ਦੇ 84 ਦਰਵਾਜ਼ੇ ਸਨ ਤੇ ਹੋਰ ਛੋਟੀਆਂ ਛੋਟੀਆਂ ਖਿੜਕੀਆਂ ਵੀ ਬੇਅੰਤ ਸਨ। ਇਹ ਕੋਈ ਅੰਨਾ ਆਦਮੀ, ਉਹਦੇ ਮਨ ਵਿੱਚ ਸ਼ੌਕ ਪੈਦਾ ਹੋਇਆ ਕਿ ਮੈਂ ਉਸ ਕਿਲੇ ਨੂੰ ਜਾ ਕੇ ਵੇਖਾਂ। ਉਹਦਾ ਸਿਰਫ ਇੱਕੋ ਹੀ ਦਰਵਾਜ਼ਾ ਖੁੱਲ੍ਹਾ ਸੀ। ਉਹ ਉਸ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਤੇ ਹੋ ਗਿਆ, ਪਰ ਕਹਿੰਦੇ ਨੇ ਜਦੋਂ ਉਸ ਨੇ ਦੀਵਾਰ ਨੂੰ ਹੱਥ ਲਾ ਲਾ ਕੇ ਕਿਲੇ ਦਾ ਚੱਕਰ ਲਾਉਣਾ ਸ਼ੁਰੂ ਕੀਤਾ, ਕਿਉਂਕਿ ਉਹ ਚਾਹੁੰਦਾ ਸੀ ਮੈਂ ਸਾਰੇ ਦਰਵਾਜ਼ੇ 84 ਦੇ 84 ਮੈਂ ਵੇਖਣੇ ਹਨ। ਔਰ ਕਹਿੰਦੇ ਨੇ ਜਦੋਂ ਉਹ ਸਾਰਾ ਚੱਕਰ ਲਾ ਕੇ ਖੁੱਲ੍ਹੇ ਦਰਵਾਜ਼ੇ ਦੇ ਕੋਲ ਆਇਆ, ਕੀ ਹੋਇਆ? ਉੱਥੇ ਇੱਕ ਮਖਿਆਲ ਲੱਗਿਆ ਹੋਇਆ ਸੀ ਤੇ ਇੱਕ ਮੱਖੀ ਉੱਡੀ। ਉਸ ਨੇ ਉਸ ਅੰਨੇ ਦੇ ਸਿਰ ਦੇ ਵਿੱਚ ਆ ਕੇ ਡੰਗ ਮਾਰਿਆ ਤੇ ਉਸ ਨੇ ਆਪਣੇ ਹੱਥਾਂ ਦੇ ਨਾਲ ਉਸ ਮੱਖੀ ਨੂੰ ਉਡਾਉਣਾ ਸ਼ੁਰੂ ਕਰ ਦਿੱਤਾ ਤੇ ਉੱਥੋਂ ਦੀ ਦੌੜ ਕੇ ਅੱਗੇ ਲੰਘਣ ਦਾ ਯਤਨ ਕੀਤਾ। ਬਸ ਉਹੀ ਇੱਕ ਖੁੱਲ੍ਹਾ ਦਰਵਾਜ਼ਾ ਸੀ। ਹੁਣ ਉੱਥੇ ਆ ਕੇ ਮੱਖੀ ਨੇ ਡੰਗ ਮਾਰ ਦਿੱਤਾ, ਉਸਨੇ ਆਪਣਾ ਹੱਥ ਦੀਵਾਰ ਦੇ ਨਾਲੋਂ ਛੱਡ ਦਿੱਤਾ ਤੇ ਬਸ ਦੌੜ ਕੇ ਉੱਥੋਂ ਅੱਗੇ ਲੰਘ ਗਿਆ ਤੇ ਉਹਨੂੰ ਫਿਰ 84 ਦਾ ਚੱਕਰ ਪੈ ਗਿਆ ਤੇ ਫਿਰ ਦੂਸਰੀ ਵਾਰ ਪੂਰਾ ਚੱਕਰ ਕੱਟ ਕੇ ਆਇਆ ਤੇ ਫਿਰ ਉੱਥੇ ਆ ਕੇ ਮੱਖੀ ਨੇ ਡੰਗ ਮਾਰ ਦਿੱਤਾ। ਬਸ ਇਸੇ ਤਰ੍ਹਾਂ ਹੀ ਉਹਦੀ ਉਹ 84 ਐਸੀ ਉਹਦੇ ਗਲ ਪਈ ਤੇ ਫਿਰ ਮੁੱਕਣ ਵਿੱਚ ਹੀ ਨਾ ਆਈ। ਪਰ ਆ ਜਿਹੜਾ ਮਨੁੱਖਾ ਜੀਵਨ ਕਾਲ ਹੈ, ਇਹ ਮਾਨੋ ਇੱਕ ਖੁੱਲ੍ਹਾ ਦਰਵਾਜ਼ਾ ਹੈ। ਇਹਦੇ ਵਿੱਚੋਂ ਅਸੀਂ ਇਸ ਸੰਸਾਰ ਦੇ ਕਿਲੇ ਤੋਂ 84 ਲੱਖ ਜੂਨਾਂ ਤੋਂ ਬਾਹਰ ਵੀ ਜਾ ਸਕਦੇ ਹਾਂ। ਪਰ ਜੇ ਅਸੀਂ ਹੁਣ ਮਾਇਆ ਰੂਪੀ ਮੱਖੀ ਨੇ ਸਾਡੇ ਡੰਗ ਮਾਰ ਦਿੱਤਾ ਕਿ ਅਸੀਂ ਬਸ ਇਸ ਮਾਇਆ ਰੂਪੀ ਮੱਖੀ ਦੇ ਆਲੇ ਦੁਆਲੇ ਹੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਇਹ ਜੀਵਨ ਕਾਲ ਐਵੇਂ ਲੰਘ ਜਾਵੇਗਾ, ਖੁੱਲ੍ਹਾ ਦਰਵਾਜ਼ਾ ਐਵੇਂ ਨਿਕਲ ਜਾਵੇਗਾ ਤੇ ਫਿਰ 84 ਦਾ ਚੱਕਰ ਪੈ ਜਾਵੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਲੱਖ 84 ਹੀ ਫੇਰ ਪਿਆ ਕਾਮਣ ਦੂਜੈ ਪਾਏ। ਜਿਹੜੀ ਕਾਮਣ ਜੀਵ ਰੂਪ ਇਸਤਰੀ ਨੇ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਪ੍ਰੇਮ ਕਰ ਲਿਆ ਤੇ ਉਹਨੂੰ ਤੇ ਫਿਰ ਦੁਬਾਰਾ 84 ਦਾ ਚੱਕਰ ਪੈ ਗਿਆ। ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਰੂ ਤੋਂ ਜਿਹੜੀ ਸੁੱਖ ਦੀ ਨੀਂਦ ਵੀ ਨਹੀਂ ਆ ਸਕਦੀ। ਜਿਵੇਂ ਦੁਹਾਗਣ ਨੂੰ ਪਤੀ ਤੋਂ ਬਿਨਾਂ ਕਦੇ ਸੁੱਖ ਦੀ ਨੀਂਦਰ ਵੀ ਨਹੀਂ ਆ ਸਕਦੀ, ਬਿਨਾਂ ਗੁਰੂ ਤੋਂ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਉਹਨਾਂ ਨੇ ਨਹੀਂ ਤੇ ਵਾਹਿਗੁਰੂ ਦੇ ਨਾਲ ਮਿਲਾਪ ਕਰਵਾਉਣਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਬਿਨਾਂ ਗੁਰੂ ਦੀ ਕਿਰਪਾ ਤੋਂ ਵੀ ਸੁੱਖ ਦੀ ਨੀਂਦ ਵੀ ਨਹੀਂ ਆ ਸਕਦੀ। ਦੁਖੀ ਰਹਿਣ ਵਿਹਾਏ, ਜਿਹੜੀ ਦੁਹਾਗਣ ਵਾਂਗੂ ਮਨਮੁਖ ਜੀਵ ਰੂਪ ਇਸਤਰੀ ਹੈ,
ਦੁੱਖ ਦੇ ਵਿੱਚ ਹੀ ਉਹਦੀ ਸਾਰੀ ਅਵਸਥਾ ਰੂਪੀ ਰਾਤ ਲੰਘ ਜਾਂਦੀ ਹੈ। ਬਿਨ ਸ਼ਬਦੈ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਦਾ ਸ਼ਬਦ ਹੈ, ਜਿਸ ਦੁਆਰਾ ਵਾਹਿਗੁਰੂ ਪਤੀ ਨਾਲ ਮਿਲਾਪ ਹੋਣਾ ਹੈ, ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ ਪਿਰ ਨਾ ਪਾਈਏ, ਪਰਮੇਸ਼ਰ ਪਤੀ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਬਿਨਾਂ ਸ਼ਬਦ ਦੀ ਕਮਾਈ ਤੋਂ ਬਿਰਥਾ ਜਨਮ ਗਵਾਏ। ਜਿਹੜੀ ਮਨਮੁਖ ਰੂਹ ਹੈ ਉਹ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਗਵਾ ਲੈਂਦੀ ਹੈ। ਹਾਂ ਹਾਂ ਕਰਤੇ ਜਗ ਫੇਰੇ ਨਾ ਧਨ ਸੰਪੈ ਨਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ ਉਹ ਤੇ ਹਾਂ ਕਰਦੀ, ਮੈਂ ਕਰਦੀ, ਜਗ ਫਿਰੀ ਸਾਰੇ ਸੰਸਾਰ ਦੇ ਵਿੱਚ ਚੱਕਰ ਲਾਉਂਦੀ ਫਿਰਦੀ ਹੈ। ਉਹਦਾ ਮਤਲਬ ਇਹ ਹੈ, ਉਹਦੇ ਮਨ ਵਿੱਚ ਹੰਕਾਰ ਹੈ, ਉਹਨੂੰ ਆਪਣੀ ਜਵਾਨੀ ਦਾ ਹੰਕਾਰ ਹੈ, ਆਪਣੇ ਗੁਣਾਂ ਦਾ ਹੰਕਾਰ ਹੈ, ਆਪਣੀ ਸੁੰਦਰਤਾ ਦਾ ਹੰਕਾਰ ਹੈ। ਉਹ ਤੇ ਮੈਂ ਕਰਦੀ ਸਾਰੇ ਸੰਸਾਰ ਦੇ ਵਿੱਚ ਫਿਰਦੀ ਹੈ। ਪਰ ਯਾਦ ਰੱਖੋ, ਨਾ ਧਨ ਸੰਪੈ ਨਾਲ ਜਦੋਂ ਅੰਧਾ ਸਮਾਂ ਆਇਆ, ਤੇ ਨਾ ਤੇ ਧਾਨੇ ਨਾਲ ਜਾਣਾ, ਤੇ ਨਾ ਹੀ ਜਿਹੜੀ ਹੋਰ ਸੰਪੈ ਦਾ ਅਰਥ ਹੈ ਵਿਭੂਤੀ ਹੈ, ਮਾਲ ਅਸਬਾਬ ਹੈ, ਉਹਨੇ ਵੀ ਸਾਡੇ ਨਾਲ ਨਹੀਂ ਜਾਣਾ। ਅੰਧੇ ਨਾਮ ਨ ਚੇਤਈ ਸਭ ਬਾਧੀ ਜਮ ਕਾਲ। ਜਿਹੜੀ ਮਨਮੁਖ ਰੂਪ ਇਸਤਰੀ ਹੈ ਉਹ ਅੰਨੀ ਹੈ, ਮਾਨਸਿਕ ਤੌਰ ਤੇ ਅੰਨੀ ਹੈ, ਨਾਮ ਨਾ ਚੇਤਹੀ। ਇਸੇ ਲਈ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦੀ, ਕਿਉਂਕਿ ਨਾਮ ਦੁਆਰਾ ਹੀ ਗਿਆਨ ਪ੍ਰਾਪਤ ਹੁੰਦਾ ਹੈ। ਤੇ ਉਹ ਅੰਨੀ ਹੋਣ ਕਰਕੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੀ। ਯਾਦ ਰੱਖੋ, ਸਭ ਬਾਧੀ ਜਮਕਾਲ। ਤੇ ਜਿੰਨੀ ਵੀ ਅੰਨੀ ਸ੍ਰਿਸ਼ਟੀ ਹੈ, ਅਗਿਆਨਤਾ ਦੇ ਵਿੱਚ ਸੁੱਤੀ ਹੋਈ ਜਿਤਨੀ ਵੀ ਇਹ ਦੁਨੀਆ ਹੈ, ਇਹ ਸਾਰੀ ਜਮਕਾਲ ਨੇ ਬੰਨੀ ਹੋਈ ਹੈ। ਜਮਦੂਤਾਂ ਨੇ ਬੰਨ ਕੇ ਇਸ ਨੂੰ ਲੈ ਜਾਣਾ ਹੈ। ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮ ਹਿਰਦੈ ਸਮਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੇ ਨਾਲ ਮਿਲਣ ਕਰਕੇ ਧਨ ਪਾਇਆ। ਬਈ ਗੁਰਮੁਖਾਂ ਨੇ ਨਾਮ ਰੂਪੀ ਧਨ ਨੂੰ ਪ੍ਰਾਪਤ ਕੀਤਾ ਹੈ। ਹਰ ਨਾਮਾ ਹਿਰਦੈ ਸੰਭਾਲ, ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਨੇ। ਜਿਵੇਂ ਬਾਹਰਲਾ ਧਨ ਅਸੀਂ ਬੈਂਕਾਂ ਦੇ ਵਿੱਚ, ਤਹਿਖਾਨਿਆਂ ਦੇ ਵਿੱਚ, ਕਈ ਥਾਵਾਂ ਤੇ ਹੋਰ ਲੁਕਾ ਕੇ ਰੱਖਦੇ ਹਾਂ, ਪਰ ਹਜ਼ੂਰ ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਇਹਨੂੰ ਆਪਣੇ ਹਿਰਦੇ ਵਿੱਚ ਹੀ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਤੇ ਇਹ ਧਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਤੇ ਇਸ ਧਨ ਨੇ ਅੱਗੇ ਵੀ ਪ੍ਰਲੋਕ ਦੇ ਵਿੱਚ ਸਾਡੇ ਨਾਲ ਜਾਣਾ ਹੈ। ਇਸੇ ਲਈ ਗੁਰਮੁਖ ਇਸ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਨ। ਨਾਮ ਰਤੇ ਸੇ ਨਿਰਮਲੇ ਗੁਰ ਕੇ ਸਹਿਜ ਸੁਭਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਸੇ ਨਿਰਮਲੇ, ਉਹ ਉੱਚੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਗਏ। ਗੁਰ ਕਾ ਸਹਿਜ ਸੁਭਾਏ, ਇਹ ਜਿਹੜਾ ਨਾਮ ਦਾ ਰੰਗ ਹੈ, ਵੀ ਗੁਰੂ ਦੇ ਬਖਸ਼ੇ ਸ਼ਾਂਤ ਸੁਭਾਵ ਦੁਆਰਾ ਹੀ ਸਾਨੂੰ ਪ੍ਰਾਪਤ ਹੁੰਦਾ ਹੈ। ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ। ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਜਿਹੜਾ ਮਨ ਹੈ ਤੇ ਤਨ ਸਰੀਰ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਤੇ ਰਸਨਾ ਰਸਨ ਰਸਾਏ, ਉਹ ਗੁਰਮੁਖ ਪਿਆਰੇ ਆਪਣੀ ਰਸਨਾ ਨੂੰ ਵੀ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਰਸਾ ਲੈਂਦੇ ਨੇ। ਉਹਨਾਂ ਦਾ ਮਨ ਵੀ ਤੇ ਤਨ ਵੀ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਤੇ ਰਸਨਾ ਨਾਮ ਰਸ ਦੇ ਵਿੱਚ ਸਰਸ਼ਾਰ ਹੁੰਦੀ ਹੈ। ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋੜਿਆ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਰੰਗ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੁਰ ਤੋਂ ਹੀ ਲਾ ਛੱਡਿਆ ਹੈ, ਉਹ ਰੰਗ ਕਦੀ ਉਤਰਨ ਵਾਲਾ ਨਹੀਂ ਹੈ। ਇਹਦਾ ਮਤਲਬ ਇਹ ਹੈ, ਜਿਹੜਾ ਵਾਹਿਗੁਰੂ ਦੇ ਨਾਮ ਦਾ ਰੰਗ ਹੈ, ਬਾਣੀ ਦਾ ਰੰਗ ਹੈ, ਸਿੱਖੀ ਦਾ ਰੰਗ ਹੈ, ਉਹ ਐਸਾ ਮਜੀਠ ਦਾ ਰੰਗ ਹੈ ਜਿਹੜਾ ਕਦੀ ਉਤਰਨ ਵਾਲਾ ਨਹੀਂ ਹੈ। ਹੋਰ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ।
ਕਾਇਆ ਕਾਪਰ ਚੀਰ ਬਹੁ ਫਾਰੇਹਾ ਰੰਗ ਨਾ ਲਹਿ ਸੁਭਾਗਾ। ਜਿਨ੍ਹਾਂ ਨੂੰ ਨਾਮ ਬਾਣੀ ਦਾ ਰੰਗ ਚੜ੍ਹ ਜਾਂਦਾ ਹੈ ਤੇ ਭਾਵੇਂ ਉਹਨਾਂ ਨੂੰ ਦੇਗਾਂ ਵਿੱਚ ਵੀ ਉਬਾਲਿਆ ਜਾਵੇ, ਅੱਗ ਵਿੱਚ ਵੀ ਸਾੜਿਆ ਜਾਵੇ, ਉਹਨਾਂ ਦਾ ਬੰਦ ਵੀ ਕੱਟਿਆ ਜਾਵੇ, ਖੋਪਰੀਆਂ ਵੀ ਲਾਹੀਆਂ ਜਾਣ, ਤਤੀਆਂ ਲੋਹਾਂ ਤੇ ਵੀ ਬਿਠਾਇਆ ਜਾਵੇ, ਗੋਲੀਆਂ ਦੇ ਨਾਲ ਵੀ ਭੁੰਨਿਆ ਜਾਵੇ, ਤੇ ਚਾਹੇ ਕਿਸੇ ਵੀ ਢੰਗ ਦੇ ਨਾਲ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਜਾਵੇ, ਪਰ ਉਹ ਜਿਹੜਾ ਨਾਮ ਦਾ ਰੰਗ ਉਹਨਾਂ ਨੂੰ ਚੜਿਆ ਉਹ ਕਦੀ ਲਹਿੰਦਾ ਨਹੀਂ ਹੈ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਪਿਛਲੇ ਪ੍ਰਕਰਨ ਦੇ ਅਨੁਸਾਰ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੂਸਰੇ ਸ਼ਬਦ ਵਿੱਚ ਉਪਦੇਸ਼ ਦਿੰਦੇ ਹਨ, ਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਇੱਕ ਬਹੁਤ ਵੱਡਾ ਭੁਲੇਖਾ ਦੂਰ ਕਰਦੇ ਹਨ। ਕਈ ਲੋਕ ਇਹ ਗੱਲ ਅਕਸਰ ਕਹਿ ਦਿੰਦੇ ਨੇ ਵੀ ਜੇ ਅਸੀਂ ਭਗਤੀ ਨਾ ਕਰਾਂਗੇ ਤਾਂ ਸਾਨੂੰ ਕੀ ਘਾਟਾ ਪੈ ਚੱਲਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਸੋਹਣੇ ਤਰੀਕੇ ਦੇ ਨਾਲ ਤੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਨੇ, ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਰਹਾਉ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਭਗਤਹੀਣ ਜਿਹੜਾ ਭਗਤੀ ਤੋਂ ਹੀਣਾ ਮਨੁੱਖ ਹੈ, ਕਾਹੇ ਜਗ ਆਇਆ, ਉਹ ਸੰਸਾਰ ਦੇ ਵਿੱਚ ਕਾਹਦੇ ਲਈ ਆਇਆ? ਉਹਨੂੰ ਤੇ ਸੰਸਾਰ ਦੇ ਵਿੱਚ ਆਉਣ ਦੀ ਕੋਈ ਲੋੜ ਹੀ ਨਹੀਂ ਸੀ, ਉਹ ਤੇ ਨਾ ਹੀ ਜੰਮਦਾ ਤਾਂ ਵੀ ਸਰਦਾ ਸੀ। ਇਹਦਾ ਮਤਲਬ ਇਹ ਹੈ ਵੀ ਜਿਹੜਾ ਅਸੀਂ ਮਨੁੱਖਾ ਜਨਮ ਧਾਰਨ ਕਰਦੇ ਹਾਂ, ਇਹ ਭਗਤੀ ਵਾਸਤੇ ਹੀ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਹੈ। ਭਗਤੀ ਹੋ ਵੀ ਮਨੁੱਖਾ ਦੇਹ ਦੇ ਵਿੱਚ ਹੀ ਸਕਦੀ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਇਹ ਭਗਤੀ ਤੋਂ ਹੀਣਾ ਮਨੁੱਖ ਕਾਹਦੇ ਲਈ ਸੰਸਾਰ ਦੇ ਵਿੱਚ ਆਇਆ ਹੈ? ਕਿਸੇ ਕਵੀ ਨੇ ਲਿਖਿਆ ਹੈ, ਤਨ ਚੇਤਨ ਹੇਤ ਦਿਓ, ਨਾ ਭੋਗਨ ਹੇਤ ਜਗਦੀਸ਼ ਦਿਓ। ਕਈ ਲੋਕ ਕਹਿੰਦੇ ਨੇ ਅਸੀਂ ਤਾਂ ਐਸ਼ ਕਰਨ ਵਾਸਤੇ ਆਏ ਹਾਂ, ਪਰ ਹਜ਼ੂਰ ਕਹਿੰਦੇ ਵੀ ਇਹ ਜਿਹੜਾ ਸਿਮਰਨ ਵਾਸਤੇ ਭਗਤੀ ਵਾਸਤੇ ਸਾਨੂੰ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ, ਕੇਵਲ ਭੋਗ ਭੋਗਣ ਵਾਸਤੇ ਹੀ ਨਹੀਂ। ਜਿਹੜੇ ਹੋਰ ਵਿਸ਼ਿਆਂ ਦੇ ਭੋਗ ਨੇ ਉਹ ਤਾਂ ਹੋਰ ਜੂਨਾਂ ਵਿੱਚ ਵੀ ਭੋਗੇ ਜਾ ਸਕਦੇ ਨੇ। ਆ ਪਸ਼ੂਆਂ ਵੱਲ ਦੇਖ ਲਓ, ਕਿਸੇ ਕਵੀ ਨੇ ਲਿਖਿਆ ਹੈ, ਨਿੰਦਰਾ ਭੋਜਨ ਭੋਗ ਪੈ ਇਹ ਪਸਪੁਰਖ ਸਮਾਨ, ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾ ਪਸ ਜਾਣ। ਸੌਂ ਜਾਣਾ, ਭੋਜਨ ਛਕ ਲੈਣਾ ਅਤੇ ਵਿਸ਼ਿਆਂ ਦਾ ਸੁੱਖ ਭੋਗ ਲੈਣਾ, ਤਗੜੇ ਤੋਂ ਡਰਨਾ, ਮਾੜੇ ਨੂੰ ਡਰਾਉਣਾ, ਇਹ ਜਿਹੜੀਆਂ ਚਾਰ ਖਸਲਤਾਂ ਨੇ ਇਹ ਮਨੁੱਖ ਤੇ ਪਸ਼ੂ ਦੀਆਂ ਇੱਕ ਬਰਾਬਰੀ ਨੇ। ਮਨੁੱਖ ਦੇ ਵਿੱਚ ਕੇਵਲ ਗਿਆਨ ਦੀ ਵਿਸ਼ੇਸ਼ਤਾ ਹੈ। ਜੇ ਮਨੁੱਖ ਅਕਲ ਤੋਂ, ਦਿਮਾਗ ਤੋਂ, ਗਿਆਨ ਤੋਂ ਕੰਮ ਨਹੀਂ ਲੈਂਦਾ ਤੇ ਫਿਰ ਇਹ ਪਸ਼ੂ ਹੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੋਂ ਤੱਕ ਵੀ ਲਿਖਿਆ ਹੈ, ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਉ ਵਿਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਿੰਨੀ ਡੂੰਘੀ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸ ਦਿੱਤੀ। ਕਹਿੰਦੇ ਪਸ਼ੂ ਦੇ ਵਿੱਚ ਤਾਂ ਹਾਲੇ ਫਿਰ ਵੀ ਚੰਗਿਆਈਆਂ ਮਿਲਦੀਆਂ ਨੇ। ਖੜ ਖਾਵੇ ਅੰਮ੍ਰਿਤ ਦੇ, ਜਿਹੜਾ ਪਸ਼ੂ ਹੈ, ਖੜ ਦਾ ਅਰਥ ਹੈ ਉਹ ਘਾਹ ਖਾਂਦਾ ਹੈ ਤੇ ਫਿਰ ਅੰਮ੍ਰਿਤ ਵਰਗਾ ਦੁੱਧ ਦਿੰਦਾ। ਆ ਦੁੱਧ ਵੇਖ ਲਓ, ਇਸ ਤੋਂ ਮਠਿਆਈਆਂ ਵੀ ਬਣਦੀਆਂ ਨੇ, ਮੱਖਣ ਵੀ ਨਿਕਲਦਾ ਹੈ, ਕਰੀਮ ਵੀ ਨਿਕਲਦੀ ਹੈ, ਬਹੁਤ ਕੁਝ ਇਸ ਤੋਂ ਅੱਗੇ ਬਣਦਾ। ਇਹ ਪਸ਼ੂ ਘਾਹ ਖਾ ਕੇ ਦੁੱਧ ਦਿੰਦਾ ਹੈ। ਪਰ ਦੂਸਰੇ ਪਾਸੇ ਦੇਖੋ, ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਜਿਹੜੇ ਨਾਮ ਤੋਂ ਵਿਹੀਣੇ ਮਨੁੱਖ ਨੇ ਉਹ ਵੇਖ ਲਓ 36 ਪ੍ਰਕਾਰ ਦੇ ਭੋਜਨ ਛਕ ਕੇ ਤੇ ਫਿਰ ਐਸੇ ਭੈੜੇ ਕੰਮ ਕਰਦੇ ਨੇ ਜਿਹੜੇ ਪਸ਼ੂਆਂ ਨੂੰ ਵੀ ਮਾਤ ਪਾਉਂਦੇ ਨੇ। ਇਸ ਲਈ ਪਸ਼ੂ ਵਿੱਚ ਤਾਂ ਇਹ ਗੁਣ ਹੈ ਨਾ, ਉਹ ਘਾਹ ਖਾ ਕੇ ਦੁੱਧ ਦਿੰਦਾ ਹੈ, ਪਰ ਮਨੁੱਖ ਦੁੱਧ ਵਰਗੇ ਹੋਰ ਪਦਾਰਥ ਛਕ ਕੇ ਉਹਨੂੰ ਗੰਦਗੀ ਬਣਾ ਕੇ ਸੁੱਟ ਦਿੰਦੇ। ਦੱਸੋ ਪਸ਼ੂ ਚੰਗਾ ਹੋਇਆ ਕਿ ਆਦਮੀ ਚੰਗਾ ਹੋਇਆ? ਇੱਕ ਥਾਂ ਤੇ ਸਤਿਗੁਰੂ ਨੇ ਹੋਰ ਇਸ ਤੋਂ ਵੀ ਵੱਧ ਕੇ ਲਿਖ ਦਿੱਤਾ ਹੈ, ਪਸ਼ੂ ਪ੍ਰੇਤ ਮੁਗਤ ਤੇ ਬੁਰੀ ਤਿਸਹਿ ਨਾ ਬੂਝੈ ਜੈਨੇ ਹੈ ਸ੍ਰੀ। ਇਹ ਜਿਹੜੀ ਸਾਡੀ ਦੇਹ ਹੈ ਪਸ਼ੂਆਂ ਤੇ ਪ੍ਰੇਤਾਂ ਨਾਲੋਂ ਵੀ ਭੈੜੀ ਹੈ। ਆਪਾਂ ਪਸ਼ੂ ਨੂੰ ਮਾੜਾ ਕਹਿੰਦੇ ਆ,
ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ, ਗੁਰ ਮੰਤਰ ਹੀ ਨਸ ਜੋ ਪ੍ਰਾਣੀ, ਤ੍ਰਿਗੰਤ ਜਾਨੁ ਪ੍ਰਸ਼ਨ ਹੈ। ਕੂਕਰੈ ਹੈ, ਸੂਕਰੈ ਹੈ, ਗਰਦਬੈ ਹੈ, ਕਾਕਾ ਹੈ, ਸਰਪਣੈ ਤੁਲ ਖਲ ਹੈ। ਜਿਹੜਾ ਗੁਰ ਮੰਤਰ ਤੋਂ ਹੀਣਾ ਮਨੁੱਖ ਹੈ, ਇਹ ਬਚਨ ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਆਏ ਹਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰ ਮੰਤਰ ਤੋਂ ਹੀਣਾ ਮਨੁੱਖ ਹੈ, ਉਹਦੇ ਜਨਮ ਨੂੰ ਵੀ ਤਰਕਾਰ ਹੈ, ਕਿਉਂਕਿ ਉਸ ਦਾ ਜਨਮ ਭ੍ਰਸ਼ਟਿਆ ਹੋਇਆ ਹੈ। ਤੇ ਨਾਲ ਹੀ ਕਹਿੰਦੇ ਨੇ ਉਸ ਦਾ ਜਿਹੜਾ ਜੀਵਨ ਹੈ, ਕੁੱਤਿਆਂ ਵਰਗਾ, ਸੂਰਾਂ ਵਰਗਾ, ਗਧਿਆਂ ਵਰਗਾ ਤੇ ਕਾਵਾਂ ਵਰਗਾ ਹੈ। ਸਰਪਣਾ ਤੁਲ ਖਲੈ, ਤੇ ਸੱਪ ਦੇ ਬਰਾਬਰ ਉਸ ਨੂੰ ਸਮਝ ਲਓ। ਪਸ਼ੂ ਪ੍ਰੇਤ ਮੋਗਤ ਤੇ ਬੁਰੀ, ਤਿਸਹਿ ਨਾ ਬੂਝੈ ਜਨ ਹੈ ਸ੍ਰੀ। ਇਸ ਲਈ ਜੀਵਨ ਦੀ ਸਫਲਤਾ ਤਾਂ ਹੈ ਜੇ ਅਸੀਂ ਵਾਹਿਗੁਰੂ ਦੀ ਭਗਤੀ ਕਰਾਂਗੇ। ਤੇ ਹਜ਼ੂਰ ਕਹਿੰਦੇ, ਭਾਈ ਰੇ ਭਗਤਹੀਣ ਕਾਹੇ ਜਾਗੇ ਆਇਆ। ਇਹ ਜਿਹੜਾ ਭਗਤੀ ਤੋਂ ਹੀਣਾ ਮਨੁੱਖ ਹੈ, ਇਹ ਕਾਹਦੇ ਲਈ ਸੰਸਾਰ ਦੇ ਵਿੱਚ ਆਇਆ? ਇਹ ਤੋਂ ਬਿਨਾਂ ਥੁੜਿਆ ਕੀ ਸੀ?